ਗੁਰਮੁਖ ਪਿਆਰੇ ਨੇ ਇਹ ਵਾਰ-ਵਾਰ ਕਿਹਾ ਹੈ, ਕਿਰਪਾ ਕਰ ਦੋ। ਜਿਵੇਂ ਅਸ਼ਟਾਵਕਰ ਨੇ ਜਨਕ ਤੇ ਕੀਤੀ ਸੀ। ਫਿਰ ਖਿਆਲ ਵਿੱਚ ਲਓ ਵੀ ਕਿਰਪਾ ਕਰ ਦੋ, ਉਹਨੂੰ ਕਹਿਣ ਦੀ ਲੋੜ ਪੈਂਦੀ ਹੈ। ਜਿਹੜਾ ਸੰਸਾਰੀ ਹੋਵੇ, ਜਿਵੇਂ ਸੰਸਾਰ ਦੇ ਵਿੱਚ ਤੁਹਾਨੂੰ ਕਿਸੇ ਦਾ ਸਹਿਯੋਗ ਚਾਹੀਦਾ ਹੈ ਤੇ ਸਹਿਯੋਗ ਵਾਸਤੇ ਤੁਸੀਂ ਕਿਰਪਾ ਮੰਗਦੇ ਹੋ। ਕੋਈ ਆਸ਼ੀਸ਼ ਮੰਗਦਾ ਹੈ ਬਜ਼ੁਰਗਾਂ ਕੋਲ, ਤੇ ਬਜ਼ੁਰਗ ਤੇ ਭਿੰਨ ਭਾਇਤ ਕਰ ਸਕਦੇ ਹਨ। ਕਿਸੇ ਨੂੰ ਅਸੀਸ ਦੇਣ, ਕੋਈ ਆਪਣਾ ਹੈ, ਕੋਈ ਪਰਾਇਆ ਹੈ, ਉਹਨੂੰ ਨਾ ਦੇਣ। ਇੱਦਾਂ ਹੀ ਤੁਸੀਂ ਸਹਿਯੋਗ ਕਰਦੇ ਹੋ ਇੱਕ ਦੂਸਰੇ ਦਾ। ਕਿਸੇ ਨੂੰ ਕੁਛ ਦੇ ਦਿੱਤਾ, ਕਿਸੇ ਨੂੰ ਕੁਛ ਨਾ ਦੇ ਦਿੱਤਾ। ਪਰ ਜਿਹੜੇ ਸਤਿਪੁਰਖ ਹੁੰਦੇ ਹਨ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਆਪਣਾ ਬੇਗਾਨਾ ਨਹੀਂ ਹੁੰਦਾ ਹੈ। ਪਹਿਲੀ ਤਾਂ ਗੱਲ ਇਹ ਹੈ ਵੀ ਉਹ ਆਪਣਿਆਂ 'ਤੇ ਕਿਰਪਾ ਕਰ ਦੇਣਗੇ ਤੇ ਬੇਗਾਨਿਆਂ 'ਤੇ ਨਹੀਂ ਕਰਨਗੇ, ਸ਼ਰਾਪ ਦੇ ਦੇਣਗੇ। ਨਹੀਂ, ਉਹ ਸ਼ਰਾਪ ਦਿੰਦੇ ਹੀ ਨਹੀਂ। ਉਹਨਾਂ ਵਾਸਤੇ ਕੋਈ ਬੇਗਾਨਾ ਨਹੀਂ। ਸਭ ਕੋ ਉਮੀਦ ਹਮ ਆਪਨ ਕੀਨਾ, ਹਮ ਸਭਨਾ ਕੇ ਸਾਥ। ਤੇ ਐਸਾ ਵੀ ਨਹੀਂ ਹੈ ਜਿਵੇਂ ਸੋਚਦੇ ਹਨ ਨਾ ਵੀ ਬ੍ਰਹਮ ਗਿਆਨੀ ਦੀਆਂ 7 ਕੁਲਾਂ ਤਰ ਜਾਂਦੀਆਂ ਹਨ। ਨਹੀਂ, ਉਹਦੀਆਂ ਕੋਈ ਕੁਲਾਂ ਨਹੀਂ ਹੁੰਦੀਆਂ ਹਨ। ਉਹ ਕੁਲਾਂ ਤੋਂ ਬਾਹਰ ਹੁੰਦਾ ਹੈ, ਉਹ ਜਾਤ ਤੋਂ ਬਾਹਰ ਹੁੰਦਾ ਹੈ, ਉਹ ਵਰਣ ਤੋਂ ਬਾਹਰ ਹੁੰਦਾ ਹੈ, ਉਹ ਸਰੀਰ ਤੋਂ ਵੀ ਬਾਹਰ ਹੁੰਦਾ ਹੈ। ਇਸ ਕਰਕੇ ਉਹ ਭਿੰਨ ਭੇਦ ਨਹੀਂ ਕਰਦਾ ਹੈ। ਫਿਰ ਉਹ ਕਿਰਪਾ ਵਾਸਤੇ ਕੋਈ ਕੰਜੂਸੀ ਵੀ ਨਹੀਂ ਕਰਦਾ ਹੈ। ਕਿਉਂਕਿ ਉਹ ਉਸ ਸਰੋਤ ਨਾਲ ਜੁੜਿਆ ਹੋਇਆ ਹੈ, ਜਿਹੜਾ ਸਰੋਤ ਕਦੇ ਮੁੱਕਦਾ ਨਹੀਂ ਹੈ। ਤੂੰ ਆਪਣੇ ਆਪ ਕਰ ਵੀ ਨਹੀਂ ਰਿਹਾ ਹੈ ਕੁਝ। ਉਹ ਜਾਣਦਾ ਹੈ ਵੀ ਉਸ ਸਰੋਤ ਦੁਆਰਾ ਹੀ ਸਾਰਾ ਕੁਛ ਹੋ ਰਿਹਾ ਹੈ। ਚੋਟ ਹੋ ਰਹੀ ਹੈ, ਜਗਾਇਆ ਜਾ ਰਿਹਾ ਹੈ, ਕਿਰਪਾ ਵੀ ਉਹਦੇ ਦੁਆਰਾ ਹੀ ਹੋ ਰਹੀ ਹੈ। ਤੇ ਇਸ ਕਰਕੇ ਉਹ ਕਹਿੰਦਾ ਹੈ ਵੀ ਲਓ ਕਿਰਪਾ ਜਿੰਨੀ ਮਰਜ਼ੀ। ਤੇ ਕਿਰਪਾ ਦੇਣ ਵਿੱਚ ਕੋਈ ਕੰਜੂਸੀ ਨਹੀਂ ਕਰਦੇ ਹਨ ਸਤਿਪੁਰਖ। ਇਸ ਕਰਕੇ ਤੇ ਉਹ ਦੇਖੋ ਕਿੰਨਾ ਉਪਦੇਸ਼ ਕਰਦੇ। ਜਿਹੜੇ ਨਹੀਂ ਸੁਣਨਾ ਚਾਹੁੰਦੇ ਹਨ ਉਹਨਾਂ ਨੂੰ ਵੀ ਸੁਣਾਉਂਦੇ ਹਨ। ਜਿਹੜੇ ਨਹੀਂ ਜਾਗਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਜਗਾਉਂਦੇ ਹਨ, ਚੋਟ ਕਰਦੇ ਹਨ। ਇਸ ਕਰਕੇ ਤੇ ਨਾਰਾਜ਼ ਹੋ ਜਾਂਦੇ ਲੋਕ ਵੀ ਸਾਡੀ ਨੀਂਦ ਖਰਾਬ ਕਰਦੇ, ਜਗਾਉਂਦੇ। ਸਤਿਪੁਰਖਾਂ ਦੇ ਨਾਰਾਜ਼ ਇਸੇ ਕਰਕੇ ਹੋ ਜਾਂਦੇ ਨੇ। ਉਹ ਤਾਂ ਦਇਆ ਵਸ ਜਗਾਉਂਦੇ ਹਨ, ਕਿਰਪਾ ਕਰਨ ਲੱਗ ਜਾਂਦੇ ਹਨ ਆਮ ਲੋਕਾਂ 'ਤੇ ਵੀ ਚਲੋ ਇਹਨਾਂ ਨੂੰ ਜਗਾ ਦਿਓ। ਪਰ ਉਹਨਾਂ ਨੂੰ ਪਤਾ ਨਹੀਂ ਨਾ, ਉਹ ਜਾਗਣਾ ਹੀ ਨਹੀਂ ਚਾਹੁੰਦੇ, ਨਾਰਾਜ਼ ਹੋ ਜਾਂਦੇ। ਉਹ ਤਾਂ ਕਿਰਪਾ ਸਾਰਿਆਂ 'ਤੇ ਕਰਨਾ ਚਾਹੁੰਦੇ ਹਨ, ਪਰ ਕਿਰਪਾ ਲੈਣੀ ਕੋਈ ਚਾਹੁੰਦਾ ਹੈ, ਜਾਗਣਾ ਕੋਈ ਚਾਹੁੰਦਾ ਹੈ। ਜਿਵੇਂ ਸੂਰਜ ਚੜ੍ਹਿਆ ਹੁੰਦਾ ਹੈ ਸਵੇਰੇ ਅੰਮ੍ਰਿਤ ਵੇਲੇ, ਅਤੇ ਕੋਈ ਜਾਗ ਕੇ ਦਰਵਾਜ਼ਾ ਖੋਲ੍ਹ ਕੇ ਉਹਦੇ ਸਨਮੁਖ ਹੋ ਸਕਦਾ ਹੈ। ਹੁਣ ਜਿਹੜਾ ਉੱਠੇ ਹੀ ਨਾ, ਅੰਦਰ ਪਿਆ ਹੋਇਆ ਕਰਾੜੇ ਮਾਰ। ਸੂਰਜ ਤਾਂ ਉਹਦੇ ਵਾਸਤੇ ਵੀ ਚੜ੍ਹਿਆ ਹੋਇਆ, ਪਰ ਉਹ ਨਹੀਂ ਉੱਠਣਾ ਚਾਹੁੰਦਾ।
नहीं दर्शन करना चाहुंदा, नहीं प्रकाश लेना चाहुंदा ज्ञान रूपी, नहीं उठना चाहुंदा। हुण जिहड़ा उठण नूं तैयार है, अमृत वेले उठण दा इहो ही भाव हुंदा है। भी ਉਹ ਵੇਲਾ ਜਿਸ ਵੇਲੇ ਉੱਠਣ ਨੂੰ ਤਿਆਰ ਹੋ ਜਾਂਦਾ, ਜਾਗਣ ਨੂੰ ਤਿਆਰ ਹੋ ਜਾਂਦਾ ਹੈ ਆਦਮੀ, ਮਨੁੱਖ ਸੰਸਾਰ ਦੀ ਮੋਹ ਦੀ ਨਿੰਦਰਾ ਨੂੰ ਛੱਡਣ ਨੂੰ ਤਿਆਰ ਹੋ ਜਾਂਦਾ। ਥੋੜ੍ਹਾ ਥੋੜ੍ਹਾ ਵਿੱਚ ਵਿੱਚ ਚੋਟ ਲੱਗੀ ਤੇ ਖਿਆਲ ਵਿੱਚ ਆਉਂਦਾ ਹੈ, ਥੋੜ੍ਹਾ ਥੋੜ੍ਹਾ ਜਾਗਦਾ ਹੈ। ਜਿਵੇਂ ਸਵੇਰ ਹੋ ਰਹੀ ਹੈ, ਪੰਛੀ ਬੋਲਦੇ ਹਨ, ਥੋੜ੍ਹਾ ਥੋੜ੍ਹਾ ਕੁਛ ਨੀਂਦ ਵੀ ਹੈ, ਕਈ ਵਾਰ ਸੁਪਨਾ ਵੀ ਚੱਲ ਰਿਹਾ ਹੁੰਦਾ ਹੈ। ਥੋੜ੍ਹਾ ਥੋੜ੍ਹਾ ਆਦਮੀ ਬਾਹਰ ਦੀਆਂ ਗੱਲਾਂ ਸੁਣਨ ਲੱਗ ਜਾਂਦਾ, ਜਾਗੋ ਮਿੱਟੀ ਹੁੰਦਾ। ਇੱਦਾਂ ਜਿਵੇਂ ਇਹ ਗੁਰਮੁਖ ਪਿਆਰਾ ਹੈ। ਅਤੇ ਅਗਰ ਤੁਸੀਂ ਜਾਗਣ ਨੂੰ ਤਿਆਰ ਹੋ ਤਾਂ ਇੱਧਰ ਪੂਰੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗਾਉਣ ਵਾਸਤੇ। ਅਗਰ ਸ਼ਬਦਾਂ ਦੇ ਨਾਲ ਨਾ ਜਾਗੇ ਤਾਂ ਡੰਡੇ ਦਾ ਵੀ ਉਪਯੋਗ ਕਰ ਲਾਂਗੇ, ਪਰ ਤੁਸੀਂ ਜਾਗਣ ਵਾਸਤੇ ਤਿਆਰ ਹੋਵੋਗੇ ਤਾਂ ਹੀ ਕੀਤਾ ਜਾ ਸਕਦਾ ਹੈ ਨਾ। ਫਿਰ ਸਾਰੇ ਹੀ ਉਪਯੋਗ ਕੀਤੇ ਜਾ ਸਕਦੇ ਹਨ। ਜਿੰਨੇ ਹੀ ਜਗਾਉਣ ਵਾਸਤੇ ਸਤਿਪੁਰਖ ਉਪਯੋਗ ਕਰਦੇ ਹਨ, ਬਹੁਤ ਢੰਗ ਵਰਤਦੇ ਹਨ, ਕਿਉਂਕਿ ਹਰ ਇੱਕ ਲਹਿਦਾ ਢੰਗ ਨਾਲ ਸੁੱਤਾ ਹੋਇਆ, ਬਹੁਤ ਪ੍ਰਕਾਰ ਦੇ ਨਾਲ ਕਹਿੰਦੇ ਸੁੱਤਾ ਹੋਇਆ। ਜਾਗਤ ਸੋਵਾ ਬਹੁਤ ਪ੍ਰਕਾਰ, ਬਹੁਤ ਢੰਗ ਨਾਲ। ਕੋਈ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਹੈ, ਕੋਈ ਮੋਹ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ, ਭਾਵ ਕਿ ਵਿਚਾਰਾਂ ਦੇ ਵਿੱਚ, ਮੋਹ ਦੇ ਵਿਚਾਰਾਂ ਦੇ ਵਿੱਚ। ਕੋਈ ਧਨ ਦੇ ਸੁਪਨੇ ਦੇਖ ਰਿਹਾ ਹੈ ਵੀ ਇੰਨਾ ਹੋ ਜਾਊਗੀ, ਜੇ ਕਰ ਲੂੰਗਾ, ਉਹ ਕਰ ਲੂੰਗਾ, ਉਹ ਧਨ ਵੱਲ ਸੁੱਤਾ ਹੋਇਆ ਹੈ। ਕੋਈ ਸੰਸਾਰ ਦੇ ਵਿੱਚ ਕੋਈ ਨਾ ਕੁਛ ਪਾਉਣ ਵਾਸਤੇ ਚੇਸ਼ਟਾ ਕਰ ਰਿਹਾ ਹੈ, ਉਸ ਵਿਚਾਰਧਾਰਾ ਵਿੱਚ ਸੁੱਤਾ ਹੋਇਆ। ਪਹੁੰਚ ਜਾਵਾਂ ਕਿਤੇ, ਪਾ ਲਵਾਂ ਕੁਛ, ਬੈਠ ਜਾਵਾਂ ਕੁਰਸੀ। ਅਤੇ ਹਰ ਇੱਕ ਲਹਿਦਾ ਲਹਿਦਾ ਢੰਗ ਨਾਲ ਸੁੱਤਾ ਹੋਇਆ। ਕੋਈ ਧਾਰਮਿਕ ਢੰਗ ਦੇ ਨਾਲ ਵੀ ਸੁੱਤੇ ਹੋਏ ਹਨ ਲੋਕ, ਉਹ ਧਾਰਮਿਕ ਵਿਚਾਰਾਂ ਕਰਦੇ ਹਨ, ਉਹਨਾਂ ਵਿੱਚ ਸੁੱਤੇ ਹੋਏ ਹਨ। ਅਤੇ ਹਰ ਇੱਕ ਲਹਿਦਾ ਢੰਗ ਨਾਲ ਸੁੱਤਾ ਹੋਇਆ ਹੈ। ਪਰ ਜਿਹੜਾ ਜਾਗਦਾ ਹੈ ਨਾ, ਉਹਨੂੰ ਪਤਾ ਹੈ ਵੀ ਕਿਵੇਂ ਕਿਵੇਂ ਕੋਈ ਸੁੱਤਾ ਹੋਇਆ ਹੈ। ਉਹ ਉਵੇਂ ਉਵੇਂ ਹੀ ਫਿਰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੋ ਹੀ ਫਰਕ ਹੈ। ਜਿਵੇਂ ਪੁਰਾਣੇ ਸਤਿਪੁਰਖਾਂ ਨੇ ਵੀ ਉਪਦੇਸ਼ ਦਿੱਤੇ ਹਨ, ਉਹਨਾਂ ਨੂੰ ਪੜ੍ਹ ਕੇ ਬਹੁਤ ਘੱਟ ਸੰਭਾਵਨਾ ਹੈ ਜਾਗਣ ਦੀ ਮਨੁੱਖ ਦੀ। ਦੇਖੋ, ਚੋਟ ਕੀਤਿਆਂ ਨਹੀਂ ਜਾਗਦੇ ਹਨ, ਪੜ੍ਹ ਕੇ ਕਿਵੇਂ ਜਾਗਣ? ਵੀ ਪੜ੍ਹ ਕੇ ਉਹਨਾਂ 'ਤੇ ਚੋਟ ਉਹ ਥੋੜ੍ਹੀ ਲੱਗੇਗੀ, ਚੋਟ ਤਾਂ ਲੱਗੇਗੀ ਨਹੀਂ, ਪੜ੍ਹ ਕੇ ਲੱਗਦੀ ਨਹੀਂ। ਰੋਜ਼ ਹੀ ਤਾਂ ਪੜ੍ਹ ਰਹੇ ਹਨ ਲੋਕ ਉਪਦੇਸ਼, ਕੁਛ ਵੀ ਫਰਕ ਨਹੀਂ ਪੈਂਦਾ। ਉਪਦੇਸ਼ ਨਹੀਂ ਜਗਾ ਸਕਦਾ। ਦੇਖੋ, ਜਿਹੜੇ ਨਹੀਂ ਜਾਗਣ ਨੂੰ ਤਿਆਰ ਹਨ, ਉਹਨਾਂ ਨੂੰ ਡੰਡਾ ਨਹੀਂ ਜਗਾ ਸਕਦਾ। ਰੌਲਾ ਗੌਲਾ ਆਵਾਜ਼ਾਂ ਨਹੀਂ ਸੁਣਾਈ ਦਿੰਦੀਆਂ, ਦਿੱਤੀ ਬਾਂਗ ਤੋਂ ਨਹੀਂ ਜਾਗਦਾ ਹੀ ਨਹੀਂ। ਅਤੇ ਜਿਹੜੇ ਜਾਗਣ ਨੂੰ ਤਿਆਰ ਹਨ, ਉਹ ਹੀ ਫਿਰ ਇਹ ਜਾਗਰਤ ਪੁਰਖ ਦੀਆਂ ਚੋਟਾਂ ਵੀ ਸਹਾਰਦੇ ਹਨ। ਜਿਹੜੇ ਜਾਗਣ ਨੂੰ ਤਿਆਰ ਨਹੀਂ ਹਨ, ਉਹ ਨਹੀਂ ਸਹਾਰਨਗੇ।
ਫਿਰ ਵੀ ਨੀਂਦ ਬਹੁਤ ਪੁਰਾਣੀ ਹੈ, ਜਨਮਾਂ ਜਨਮਾਂਤਰਾਂ ਦੀ ਹੈ, ਅੱਜ ਦੀ ਥੋੜ੍ਹੀ। ਬਹੁਤ ਸਮੇਂ ਦੇ ਤੁਸੀਂ ਸੁੱਤੇ ਹੋਏ ਹੋ। ਜਾਗਣ ਨੂੰ ਟਾਈਮ ਲੱਗੇਗਾ, ਸਮੇਂ ਲੱਗੇਗਾ। ਕਾਹਲੀ ਨਾ ਕਰੋ। ਜਾਗਣ ਵੱਲ ਨੂੰ ਤੁਸੀਂ ਤੁਰ ਪਏ ਹੋ, ਥੋੜ੍ਹਾ ਥੋੜ੍ਹਾ ਖਿਆਲ ਵਿੱਚ ਆਉਣ ਲੱਗ ਗਿਆ ਤੁਹਾਨੂੰ। ਹਾਂ, ਫਿਰ ਸੌਂ ਜਾਂਦੇ ਹੋ। ਫਿਰ ਨੀਂਦ ਦੇ ਵਿੱਚ ਜਿਵੇਂ ਇਹ ਗੁਰਮੁਖ ਪਿਆਰਾ ਕਹਿੰਦਾ ਇਹ ਵੀ ਸੰਸਾਰ ਦਾ ਸੁਪਨਾ ਫਿਰ ਘੇਰ ਲੈਂਦਾ ਹੈ। ਫਿਰ ਸੰਸਾਰ 'ਚ ਧਿਆਨ ਚਲੇ ਜਾਂਦਾ ਹੈ। ਰਿਕਾਰਡਿੰਗ ਸੁਣ ਕੇ ਥੋੜ੍ਹਾ ਜਿਹਾ ਹਟਦਾ ਹੋਵੇਗਾ, ਰਿਲੈਕਸ ਹੋ ਜਾਂਦਾ। ਇਸ ਕਰਕੇ ਨੀਂਦ ਵੀ ਕਹਿੰਦਾ ਚੰਗੀ ਆਉਂਦੀ। ਪਰ ਦਿਨ ਦੀ ਨੀਂਦ ਨਹੀਂ ਨਾ ਟੁੱਟ ਰਹੀ ਹੈ, ਅਤੇ ਆਸਤੇ ਆਸਤੇ ਟੁੱਟੇਗੀ। ਆਸਤੇ ਆਸਤੇ ਤੁਸੀਂ ਖਿਆਲ ਵਿੱਚ ਲਓਗੇ। ਅਤੇ ਨੀਂਦ ਬਹੁਤ ਹੀ ਮਧੁਰ ਹੈ, ਪਿਆਰੀ ਹੈ। ਇਹਨੂੰ ਹੀ ਮਾਇਆ ਕਿਹਾ ਹੈ। ਮਹਾਂ ਮੋਹਣੀ ਹਮ ਜਾਨ, ਇਹ ਮੋਹਣੀ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਜਿੱਥੇ ਤੁਸੀਂ ਰਹਿ ਰਹੇ ਹੋ, ਚਾਰ ਛਪੇਰੇ ਇਹ ਮੋਹ ਨਿਦਰਾ ਦੇ ਵਿੱਚ ਸੁੱਤੇ ਹੋਏ ਹਨ, ਮੋਹਣੀ ਨੀਂਦ ਦੇ ਵਿੱਚ। ਉਹਨਾਂ ਦੇ ਵਿੱਚ ਹੋ ਤੁਸੀਂ। ਜਨਕ ਦੇ ਕੋਲ ਸੀ ਅਸ਼ਟਾਵਕਰ, ਸ਼ਾਇਦ ਰੋਜ਼ ਚੋਟ ਕਰਦਾ ਹੋਵੇ, ਪਰ ਤੁਸੀਂ ਤੇ ਇੱਥੇ ਸੰਸਾਰ ਦੇ ਵਿੱਚ ਹੋ ਨਾ। ਅਤੇ ਜਿਨ੍ਹਾਂ ਦੇ ਵਿੱਚ ਹੋ ਤੁਸੀਂ, ਉਹ ਸਾਰੇ ਸੁੱਤੇ ਹੋਏ ਹਨ, ਅਤੇ ਤੁਹਾਨੂੰ ਵੀ ਬਾਹੋਂ ਫੜ ਕੇ ਵਾਰ-ਵਾਰ ਸਵਾਉਂਦੇ ਹਨ। ਅਤੇ ਬਹੁਤ ਰੂਪਾਂ ਦੇ ਨਾਲ ਇਹ ਮਾਇਆ ਸਵਾਉਂਦੀ। ਇਮੋਸ਼ਨਲ ਹੋ ਕੇ ਵੀ ਸਵਾ ਲੈਂਦੀ, ਪਿਆਰ ਨਾਲ ਸਵਾ ਲੈਂਦੀ ਸੀ। ਆ ਜਾਓ, ਬੈਠੋ, ਆਪਣਿਆਂ ਦੇ ਵਿੱਚ ਰਹੋ, ਆਪਣਿਆਂ ਦੇ ਨਾਲ ਸੌਂ। ਕੋਈ ਖਤਰਾ ਨਹੀਂ ਹੁੰਦਾ ਆਪਣਿਆਂ ਦੇ ਵਿੱਚ, ਕੋਈ ਡਰ ਨਹੀਂ ਹੈ ਆਪਣਿਆਂ ਦੇ ਵਿੱਚ। ਆਪਣੇ ਹਨ ਸਾਰੇ, ਅਤੇ ਆਪਣਿਆਂ ਦੇ ਵਿੱਚ ਆਪਣੇ ਸਵਾ ਲੈਂਦੇ ਹਨ। ਅਤੇ ਬਹੁਤ ਰੂਪਾਂ ਦੇ ਵਿੱਚ, ਬਹੁਤ ਢੰਗ ਦੇ ਨਾਲ ਮੋਹ ਲੈਂਦੀ। ਨੀਂਦ ਕਹਿ ਲਓ, ਮਾਇਆ ਕਹਿ ਲਓ, ਸਪਨਾ ਕਹਿ ਲਓ। ਅਤੇ ਵਾਰ-ਵਾਰ ਫਿਰ ਆਦਮੀ ਭਰਮ ਜਾਂਦਾ ਹੈ। ਪਰ ਤੁਸੀਂ ਅਗਰ ਇਹ ਰਿਕਾਰਡਿੰਗਾਂ ਦੁਆਰਾ ਥੋੜ੍ਹਾ ਥੋੜ੍ਹਾ ਜਾਗਦੇ ਰਹੇ, ਅਤੇ ਇੱਕ ਦਿਨ ਤੁਸੀਂ ਉਸ ਜਾਗਰਣ ਦੇ ਕਿਨਾਰੇ ਪਹੁੰਚ ਜਾਓਗੇ। ਜਦੋਂ ਆਖਰੀ ਚੋਟ ਲੱਗੇਗੀ, ਤੁਸੀਂ ਜਾਗ ਕੇ ਖੜ੍ਹੇ ਹੋ ਜਾਓਗੇ ਅਤੇ ਹੱਸੋਗੇ ਸੰਸਾਰ ਵੱਲ ਵੇਖ ਕੇ ਵੀ ਮੈਂ ਵੀ ਪਾਗਲ, ਕਿਹੜੇ ਸੁਪਨੇ ਦੇ ਵਿੱਚ ਪਿਆ ਸੀ, ਮੂਰਖ। ਪਰ ਜਾਗ ਕੇ ਤੁਹਾਨੂੰ ਪਤਾ ਲੱਗੇਗਾ ਸੁਪਨਾ ਸੀ। ਪਰ ਫਿਰ ਵੀ ਤੁਸੀਂ ਅਗਰ ਖਿਆਲ ਰੱਖੋਗੇ ਵੀ ਝੂਠ ਹੈ, ਸੁਪਨਾ ਹੈ, ਅਤੇ ਤੁਸੀਂ ਜਾਗਰਣ ਵੱਲ ਨੂੰ ਜਾਓਗੇ। ਅਤੇ ਚੋਟ ਰੋਜ਼ ਰੋਜ਼ ਕੀਤੀ ਜਾ ਰਹੀ ਹੈ। ਅਤੇ ਚੋਟ ਵੀ ਉਹਦੇ 'ਤੇ ਲੱਗੇਗੀ। ਜਿਹੜਾ ਜਾਗਣ ਨੂੰ ਤਿਆਰ ਹੈ। ਅਤੇ ਚੋਟ ਤੁਸੀਂ ਕਿਹਾ ਹੈ ਵੀ ਰੋਜ਼ ਲੱਗਦੀ ਹੈ, ਅਤੇ ਖਿਆਲ ਰੱਖੋ, ਚੋਟ ਨੂੰ ਸਵੀਕਾਰ ਕਰੋ, ਅਤੇ ਜਾਗਣ ਦੀ ਚੇਸ਼ਟਾ ਕਰਦੇ ਰਹੋ। ਜਾਗਣ ਦੀ ਚੇਸ਼ਟਾ ਕਰਦੇ ਰਹੇ ਤੁਸੀਂ, ਅਤੇ ਜਾਗਣ ਵੱਲ ਤੁਰਦੇ ਰਹੋਗੇ।
ਤੇ ਖਿਆਲ ਵਿੱਚ ਰੱਖੋ, ਕਿਰਪਾ ਮੰਗਣ ਦੀ ਜ਼ਰੂਰਤ ਨਹੀਂ ਹੈ। ਇਹ ਜਗਾਉਣ ਵਾਸਤੇ ਦੇਖੋ ਰੋਜ਼ ਹੀ ਬੇਨਤੀ ਕੀਤੀ ਜਾਂਦੀ, ਰੋਜ਼ ਹੀ ਕਿਹਾ ਜਾ ਰਿਹਾ, ਰੋਜ਼ ਹੀ ਚੋਟਾਂ ਕੀਤੀਆਂ ਜਾ ਰਹੀਆਂ। ਵੇਖੋ ਖਿਆਲ ਵਿੱਚ ਰੱਖੋ ਵੀ ਕੋਈ ਆਪਣੇ ਨੂੰ ਵੀ ਚੋਟ ਨਹੀਂ ਕਰਦਾ ਇੰਨੀ, ਤਾਂ ਇੱਥੇ ਕਿੰਨਾ ਹਾਰਦਿਕ ਸੰਬੰਧ ਹੋਵੇਗਾ। ਵੀ ਚੋਟ ਕਰਕੇ ਜਗਾਇਆ ਜਾ ਰਿਹਾ ਵੀ ਜਾਗੋ, ਅੰਮ੍ਰਿਤ ਵੇਲਾ ਹੋ ਗਿਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ। ਕਹਿੰਦੇ ਇਹ ਜਾਣ ਲਿਆ ਜਿਹਨੇ ਕਿ ਕਰਮਾਂ ਦੁਆਰਾ ਕਰਮ ਕਰਨ ਨੂੰ ਇਹ ਕੱਪੜਾ ਮਿਲਿਆ ਹੋਇਆ, ਤਾਂ ਉਹਦੇ ਤੇ ਨਜ਼ਰ ਹੋਊਗੀ। ਤੇ ਜਿਹਦੇ ਤੇ ਨਜ਼ਰ ਹੋਊਗੀ ਉਹਦਾ ਅੰਮ੍ਰਿਤ ਵੇਲਾ ਆ ਗਿਆ। ਤੇ ਜਿਹਦਾ ਅੰਮ੍ਰਿਤ ਵੇਲਾ ਆ ਗਿਆ ਉਹਦੀ ਉਸਤਤ ਦੇ ਵਿੱਚ ਜੁੜ ਗਿਆ। ਸੰਸਾਰ ਦੀ ਉਸਤਤ 'ਚ ਨਹੀਂ, ਪ੍ਰਮਾਤਮਾ ਦੀ ਵਿਚਾਰ ਉੱਧਰ ਨੂੰ ਚੱਲ ਪਿਆ। ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ। ਉਹ ਫਿਰ ਸਚਿਆਰ ਵੱਲ ਨੂੰ ਚੱਲ ਪਿਆ। ਉਹਨੇ ਕੂੜਿਆਰਾਂ ਦਾ ਸਾਥ ਛੱਡ ਦਿੱਤਾ, ਸਚਿਆਰਾਂ ਦੇ ਨਾਲ ਯਾਰੀ ਕਰ ਲਈ।